सत श्री अकाल जी। वैलकम टू स्टडी हब। तुहाडे अपने स्टडी हब चैनल ते मैथ दी क्लासेस स्टार्ट कर रहे हैं बिल्कुल फ्री। ये क्लासेस स्पैशल पंजाब पुलिस SI कांस्टेबल जेल वार्डर ਅਤੇ ਹੋਰ ਵੀ ਪੰਜਾਬ ਦੇ एग्जाम ਜਿਨ੍ਹਾਂ ਵਿੱਚ मैथ ਪੁੱਛਿਆ ਜਾਂਦਾ। ਨਾਲ ਹੀ ਇਹ ਕਲਾਸਿਸ ਤੁਸੀਂ SSC ਬੈਂਕ ਆਦि ਲਈ ਵੀ ਲੈ ਸਕਦੇ ਹੋ। मैथ एक अजिहा सबजैक्ट है जो लगभग हर एक एग्जाम ਵਿੱਚ ਪੁੱਛਿਆ ਜਾਂਦਾ। ਇਸ ਲਈ ਵਿਦਿਆਰਥੀਆਂ ਨੂੰ ਇਹ ਡਾਊਟ ਹੁੰਦਾ ਮੈਥ ਨੂੰ ਕਿਵੇਂ ਕੀਤਾ ਜਾਵੇ, ਕਿਵੇਂ ਸਿੱਖਿਆ ਜਾਵੇ। ਮੈਥ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਣਾ ਵੀ ਇਸ ਨੂੰ ਪੜ੍ਹਨ ਦਾ ਸਹੀ ਤਰੀਕਾ ਕੀ ਹੈ, ਕਨਸੈਪਟ ਕੀ ਹੈ। ਇਸ ਤੇ 1 ਮਿੰਟ ਗੱਲ ਕਰਾਂਗੇ, ਸਮਝਾਂਗੇ, ਉਸ ਤੋਂ ਬਾਅਦ ਚੱਲਾਂਗੇ ਚੈਪਟਰ ਵਾਈਜ਼ ਬਿਲਕੁਲ ਆਰਾਮ ਨਾਲ। ਇੱਕ ਸਟੈਪ ਤੁਸੀਂ ਧਿਆਨ ਨਾਲ ਸਮਝੋਗੇ ਜਦੋਂ ਮੈਂ ਸਮਝਾਵਾਂਗਾ। ਸਭ ਤੋਂ ਪਹਿਲਾਂ ਮੈਂ ਦੱਸਦਾ ਕਿਸੇ ਵੀ ਐਗਜ਼ਾਮ ਵਿੱਚ ਚੰਗਾ ਸਕੋਰ ਕਰਨ ਲਈ ਤੁਹਾਨੂੰ ਉਸ ਦਾ ਪੈਟਰਨ ਐਂਡ ਸਿਲੇਬਸ ਪਤਾ ਹੋਣਾ ਚਾਹੀਦਾ। ਜਿਵੇਂ ਮੰਨ ਲਓ ਤੁਸੀਂ A ਤੋਂ B ਤੱਕ ਜਾਣਾ ਤਾਂ ਤੁਹਾਨੂੰ ਜਾਣ ਦਾ ਪੈਟਰਨ ਡਿਸਾਈਡ ਹੋਣਾ ਚਾਹੀਦਾ। ਤੁਸੀਂ ਲੌਂਗ ਵੇ ਨਾਲ ਜਾਣਾ ਜਾਂ ਸ਼ਾਰਟ ਵੇ ਨਾਲ ਜਾਣਾ। ਵੇਖੋ ਮੈਥ ਪੜ੍ਹਨ ਦੇ ਤਰੀਕੇ ਬਹੁਤ ਨੇ। ਤੁਸੀਂ ਬਹੁਤ ਹਾਈ ਲੈਵਲ ਵੀ ਪੜ੍ਹ ਸਕਦੇ ਹੋ, ਬਹੁਤ ਲੋ ਲੈਵਲ ਵੀ ਪੜ੍ਹ ਸਕਦੇ ਹੋ। ਬਟ ਮੈਨੂੰ ਪਤਾ ਤੁਹਾਡੇ ਐਗਜ਼ਾਮ ਵਿੱਚ ਕਿਸ ਲੈਵਲ ਦਾ ਪੁੱਛਿਆ ਜਾਂਦਾ, ਇਸ ਲਈ ਮੈਂ ਤੁਹਾਨੂੰ ਉਸੇ ਲੈਵਲ ਨਾਲ ਲੈ ਕੇ ਚੱਲਾਂਗਾ। ਤੁਹਾਡਾ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਅੱਜ ਦੇ ਟੌਪਿਕ ਵੱਲ ਚੱਲਦੇ ਹਾਂ। ਅੱਜ ਦਾ ਟੌਪਿਕ ਹੈ ਰੇਸ਼ੀਓ ਐਂਡ ਪ੍ਰਪੋਰਸ਼ਨ। ਰੇਸ਼ੀਓ ਜਾਂ ਫਿਰ ਅਨੁਪਾਤ। ਰੇਸ਼ੀਓ ਜਾਂ ਫਿਰ ਅਨੁਪਾਤ ਇਹ ਇੱਕ ਅਜਿਹਾ ਚੈਪਟਰ ਹੈ ਜਿਸ ਤੇ ਕਾਫੀ ਚੀਜ਼ਾਂ ਡਿਪੈਂਡ ਕਰਦੀਆਂ ਨੇ। ਜੇ ਮੈਂ ਕਹਾਂ ਰੇਸ਼ੀਓ ਨਾਲ ਤੁਹਾਡਾ ਅੱਧਾ ਮੈਥ ਸੋਲਵ ਹੋ ਜਾਣਾ, ਇਸ ਤੇ ਕੋਈ ਸ਼ੱਕ ਨਹੀਂ। ਤੁਸੀਂ ਰੇਸ਼ੀਓ ਦੇ ਕੰਸੈਪਟ ਨਾਲ ਅੱਧਾ ਮੈਥ ਸੋਲਵ ਕਰੋਗੇ, ਇਹ ਮੇਰਾ ਵਾਅਦਾ। ਬਸ ਤੁਹਾਡਾ ਵਾਅਦਾ ਕੀ ਚਾਹੀਦਾ, ਤੁਸੀਂ ਬਸ ਰੈਗੂਲਰ ਕਲਾਸ ਕਰੋਗੇ ਤੇ ਸਹੀ ਢੰਗ ਨਾਲ ਪੜ੍ਹੋਗੇ। ਡੇਲੀ ਤੁਹਾਡੇ ਨਾਲ ਇਹ ਕਲਾਸ ਹੋਵੇਗੀ, ਡੇਲੀ ਤੁਸੀਂ ਪ੍ਰੈਕਟਿਸ ਕਰੋਗੇ, ਡੇਲੀ ਤੁਸੀਂ ਪੜ੍ਹੋਗੇ। ਠੀਕ ਹੈ ਜੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਰੇਸ਼ੀਓ। ਰੇਸ਼ੀਓ ਜਾਂ ਫਿਰ ਅਨੁਪਾਤ ਕੀ ਹੈ? ਰੇਸ਼ੀਓ ਜਾਂ ਅਨੁਪਾਤ ਇਸ ਦੇ ਉੱਪਰ ਡਿਸਕਸ ਕਰਾਂਗੇ। ਰੇਸ਼ੀਓ ਦਾ ਮਤਲਬ ਹੈ ਰੀਅਲ ਲਾਈਫ। ਰੇਸ਼ੀਓ ਦਾ ਮਤਲਬ ਹੈ ਰੀਅਲ ਲਾਈਫ। ਤੁਸੀਂ ਮੈਥ ਦਾ ਮਤਲਬ ਹੀ ਰੀਅਲ ਲਾਈਫ ਸਮਝੋ। ਤੁਸੀਂ ਮੈਥ ਨੂੰ ਜੇ ਸਹੀ ਢੰਗ ਨਾਲ ਜੱਜ ਕਰਨਾ ਤਾਂ ਉਸ ਨੂੰ ਰੀਅਲ ਲਾਈਫ ਨਾਲ ਕੰਪੇਅਰ ਕਰਕੇ ਚੱਲੋ। ਵੇਖੋ ਕਿਵੇਂ ਵੇਖੋ। ਤੁਸੀਂ ਇੱਕ ਚਾਕਲੇਟ ਲੈ ਕੇ ਆਏ, ਮੰਨ ਲਓ ਇਹ ਇੱਕ ਚਾਕਲੇਟ ਆ। ਠੀਕ ਹੈ, ਇਸ ਦੇ ਤੁਸੀਂ 2 ਹਿੱਸੇ ਕੀਤੇ। ਠੀਕ ਹੈ ਜੀ, ਇੱਕ ਹਿੱਸਾ ਆਪਦੇ ਕੋਲ ਰੱਖ ਲਿਆ ਤੇ ਇੱਕ ਹਿੱਸਾ ਕਿਸੇ ਨੂੰ ਦੇ ਤਾ। ਮੰਨ ਲਓ ਕਿ ਆਪਦੇ ਛੋਟੇ ਭਰਾ ਨੂੰ ਦੇ ਤਾ, ਤਾਂ ਤੁਸੀਂ ਦੇਖੋਗੇ ਵੀ ਚਾਕਲੇਟ ਤੁਸੀਂ 1:1 ਦੇ ਵਿੱਚ ਵੰਡੀ। ਠੀਕ ਹੈ ਜੀ, ਸਮਝ ਰਹੇ ਹੋ ਇੰਨੀ ਗੱਲ? 1:1 ਦੇ ਵਿੱਚ ਵੰਡੀ ਚਾਕਲੇਟ। ਇਸੇ ਤਰ੍ਹਾਂ ਮੰਨ ਲਓ ਤੁਸੀਂ ਇੱਕ ਹੋਰ ਚਾਕਲੇਟ ਲੈ ਕੇ ਆਏ। ਇਸੇ ਤਰ੍ਹਾਂ ਤੁਸੀਂ ਇੱਕ ਹੋਰ ਚਾਕਲੇਟ ਲੈ ਕੇ ਆਏ ਜਿਸ ਦੇ ਵਿੱਚ ਛੋਟੀ 8 ਟੁਕੜੀਆਂ ਸੀ। ਡੇਅਰੀ ਮਿਲਕ ਦਾ ਚਾਕਲੇਟ ਸਾਰਿਆਂ ਨੇ ਦੇਖੀ ਹੋਣੀ।
जिसदे विच छोटी छोटी टुकड़ियां होंदियां ने। मान लो इसदे विच 8 टुकड़ियां सी, 6 तुसीं रख लईआं ते 6 तुसीं रख लईआं ते 2 आपदे छोटे भरा नूं दे तੀਆਂ। ਤਾਂ ਤੁਸੀਂ ਇੱਥੇ 3:1 ਦੇ ਵਿੱਚ ਵੰਡਿਆ। ਠੀਕ ਹੈ ਜੀ, ਇੱਥੇ ਤੱਕ ਗੱਲ ਸਮਝ ਲੱਗ ਰਹੀ ਆ। ਅੱਗੇ ਇੱਕ ਹੋਰ ਐਗਜ਼ਾਮਪਲ ਨਾਲ ਸਮਝੋ, ਉਹ ਵੀ ਰੀਅਲ ਲਾਈਫ ਦਾ ਹੀ ਐਗਜ਼ਾਮਪਲ ਹੈ। ਤੁਸੀਂ ਇੰਡੀਅਨ ਫਲੈਗ ਵੇਖਿਆ ਹੋਣਾ, ਇਹ ਨੋਰਮਲ ਜੀ ਗੱਲ ਆ, ਵੇਖਿਆ ਤਾਂ ਸਾਰਿਆਂ ਨੇ ਹੋਣਾ, ਨੋਰਮਲ ਜੀ ਗੱਲ ਆ, ਵੇਖਿਆ ਤਾਂ ਸਾਰਿਆਂ ਨੇ ਹੋਣਾ। ਤੁਹਾਨੂੰ ਉਹਦੀ ਡਾਇਮੈਂਸ਼ਨ ਪਤਾ? ਡਾਇਮੈਂਸ਼ਨ ਪਤਾ? ਲੋ ਪਤਾ ਹੋਣੀ ਠੀਕ ਆ, ਜੇ ਨਹੀਂ ਪਤਾ ਤਾਂ ਸੁਣ ਲਓ। ਇਹ ਡਾਇਮੈਂਸ਼ਨ ਹੁੰਦੀ ਆ 3:2। ਇੰਡੀਅਨ ਫਲੈਗ ਦੀ ਡਾਇਮੈਂਸ਼ਨ ਹੁੰਦੀ ਆ 3:2। ਕਹਿਣ ਦਾ ਮਤਲਬ ਇਹ ਹੈ ਵੀ ਜੇ ਲੰਬਾਈ ਫਲੈਗ ਦੀ 3 ਰੱਖੋਗੇ ਤਾਂ ਚੌੜਾਈ 2 ਹੋਊਗੀ, ਜੇ ਲੰਬਾਈ 6 ਰੱਖੋਗੇ ਤਾਂ ਚੌੜਾਈ 4 ਹੋਊਗੀ। ਜੇ ਇਹਨਾਂ ਦਾ ਰੇਸ਼ੋ ਕੱਢੋਗੇ ਤਾਂ ਰੇਸ਼ੋ 3:2 ਹੀ ਆਉਣਾ। ਕਹਿਣ ਦਾ ਮਤਲਬ ਇਹ ਆ ਵੀ ਰੇਸ਼ੋ ਕਦੇ ਚੇਂਜ ਨਹੀਂ ਹੁੰਦਾ। ਠੀਕ ਹੈ ਜੀ, ਇੱਥੇ ਤੱਕ ਤੁਸੀਂ ਸਮਝ ਰਹੇ ਹੋਵੋਗੇ। ਮੈਨੂੰ ਹੋਪ ਹੈ ਵੀ ਤੁਸੀਂ ਸਾਰੀ ਚੰਗੀ ਤਰ੍ਹਾਂ ਸਮਝ ਰਹੇ ਹੋ, ਕੋਈ ਦਿੱਕਤ ਨਹੀਂ ਆ ਰਹੀ ਹੋਣੀ। ਠੀਕ ਹੈ ਜੀ, ਅੱਗੇ ਐਗਜ਼ਾਮਪਲ ਨਾਲ ਸਮਝਦੇ ਹਾਂ। 2 ਲੀਟਰ ਤੇ 600 ਮਿਲੀਲੀਟਰ, ਇਸ ਦਾ ਅਨੁਪਾਤ 2 ਲੀਟਰ ਤੇ 600 ਮਿਲੀਲੀਟਰ, ਇਸ ਦਾ ਅਨੁਪਾਤ 1:300। ਇਸ ਦਾ 1:300 ਆ ਰਿਹਾ, ਜੇ ਆ ਰਿਹਾ ਤਾਂ ਉਹ ਗਲਤ ਹੈ। ਵੇਖੋ ਕਿਵੇਂ। ਰੇਸ਼ੀਓ ਕੱਢਣ ਤੋਂ ਪਹਿਲਾਂ ਸਾਨੂੰ ਇਹ ਧਿਆਨ ਰੱਖਣਾ ਹੋਣਾ ਵੀ ਜਿਹੜੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਉਹ ਸੰਖਿਆਵਾਂ 2 ਵੀ ਹੋ ਸਕਦੇ ਨੇ, 3 ਵੀ ਹੋ ਸਕਦੇ ਨੇ, ਵੀ ਉਹਨਾਂ ਦੇ ਯੂਨਿਟ ਸੇਮ ਨੇ। ਯੂਨਿਟ ਕਹਿਣ ਦਾ ਮਤਲਬ ਇੱਥੇ ਜਿਵੇਂ ਲੀਟਰ 'ਚ ਦਿੱਤਾ ਹੋਇਆ, ਇੱਥੇ ml 'ਚ ਦਿੱਤਾ ਹੋਇਆ, ਵੀ ਤੁਹਾਨੂੰ ਇਹ ਯੂਨਿਟ ਸੇਮ ਕਰਨੇ ਹੋਣਗੇ। ਚਾਹੇ 2 ਸੰਖਿਆਵਾਂ ਨੇ, ਚਾਹੇ 3 ਸੰਖਿਆਵਾਂ ਨੇ, ਵੀ ਉਹਨਾਂ ਦੇ ਯੂਨਿਟ ਸੇਮ ਹੋਣੇ ਚਾਹੀਦੇ ਨੇ ਰੇਸ਼ੀਓ ਕੱਢਣ ਲੱਗੇ। ਜਿਵੇਂ ਹੁਣ ਇੱਥੇ ਅਸੀਂ 2 ਲੀਟਰ ਨੂੰ ਵੀ ਮਿਲੀਲੀਟਰ ਵਿੱਚ ਚੇਂਜ ਕਰਾਂਗੇ। 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦੇ ਨੇ, ਇਹਦਾ ਪਤਾ ਹੀ ਹੋਣਾ ਸਾਰਿਆਂ ਨੂੰ। ਠੀਕ ਹੈ ਜੀ, ਇਹਨੂੰ ਮਿਲੀਲੀਟਰ ਵਿੱਚ ਚੇਂਜ ਕਰ ਲਿਆ। ਹੁਣ ਜੋ ਵੀ ਦੋਨਾਂ ਵਿੱਚ ਕਾਮਨ ਆ ਉਸ ਨੂੰ ਕੱਟ ਦਿਓ। ਇੱਥੇ 2 ਜ਼ੀਰੋਆਂ ਤੇ 2 ਦੇ ਪਹਾੜੇ ਤੇ 10 ਤੇ ਇਹ 3, ਕਿੰਨਾ ਅਨੁਪਾਤ ਆਇਆ? 10:3। ਹੁਣ ਇੱਥੇ ਇੱਕ ਗੱਲ ਸਮਝੋ ਵੀ ਰੇਸ਼ੀਓ ਕੱਢਣ ਲੱਗੇ ਸਾਨੂੰ ਦੋਨੇ ਸੰਖਿਆਵਾਂ ਵਿੱਚ ਜੋ ਵੀ ਕਾਮਨ ਹੁੰਦਾ ਉਹ ਕੱਟ ਦੇਣਾ ਹੁੰਦਾ ਤੇ ਬਾਕੀ ਜੋ ਬਚਦਾ ਉਹ ਰੇਸ਼ੀਓ ਹੁੰਦਾ। ਅੱਗੇ ਇੱਕ ਐਗਜ਼ਾਮਪਲ ਨਾਲ ਹੋਰ ਸਮਝਦੇ ਹਾਂ। ਜਿਵੇਂ ਇੱਥੇ ਦਿੱਤਾ ਹੋਇਆ 3 ਘੰਟੇ ਤੇ 1 ਦਿਨ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ, ਇਸ ਲਈ ਅਸੀਂ ਇੱਕ ਦਿਨ ਨੂੰ ਵੀ ਘੰਟਿਆਂ ਵਿੱਚ ਚੇਂਜ ਕਰਾਂਗੇ। ਸੋ ਇੱਥੇ 24 ਆ ਜਾਣਾ। ਦੋਨਾਂ ਵਿੱਚ ਕਾਮਨ ਕੀ ਆ? 3 ਆ। ਇੱਥੇ 1 ਤੇ 8 ਤੇ 24, ਕਿੰਨਾ ਅਨੁਪਾਤ ਹੈ? 1:8। ਅੱਗੇ ਚੱਲਦੇ ਹਾਂ ਜੀ। ਅੱਗੇ ਹੁਣ ਤੁਹਾਨੂੰ ਮੈਂ ਦੱਸਦਾ ਵੀ ਕਿਸ ਤਰੀਕੇ ਨਾਲ ਐਗਜ਼ਾਮ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਅਸੀਂ ਹੁਣ ਉਹ ਕੁਐਸਚਨ ਡਿਸਕਸ ਕਰਾਂਗੇ ਜੋ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ, ਜਿੱਦਾਂ ਦੇ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਹਨ। ਇਸ ਨੂੰ ਕਰਨ ਦੇ ਮੈਂ ਤੁਹਾਨੂੰ 3 ਤਰੀਕੇ ਦੱਸਾਂਗਾ। ਠੀਕ ਆ, ਤੇ ਬਾਅਦ 'ਚ ਦੱਸਾਂਗਾ ਵੀ ਜਿਹੜਾ ਤਰੀਕਾ ਸਭ ਤੋਂ ਇੰਪੋਰਟੈਂਟ ਆ, ਵੀ ਜਿਹੜਾ ਤਰੀਕਾ ਤੁਸੀਂ ਜ਼ਿਆਦਾ ਵਰਤਣਾ ਉਹ ਵੀ ਦੱਸਾਂਗਾ ਮੈਂ। 3 ਤਰੀਕੇ ਦੱਸਾਂਗਾ। ਫਸਟ ਤਰੀਕਾ ਲਿਖੋ, ਫਸਟ ਟਾਈਪ। ਇੱਕ ਗੱਲ ਹੋਰ ਜੀ, ਨੋਟਸ ਜ਼ਰੂਰ ਬਣਾਇਓ, ਸ਼ਾਰਟ ਨੋਟ ਬਣਾ ਲਿਓ। ਸ਼ਾਰਟ ਕਰਕੇ ਜੋ ਵੀ ਮੈਂ ਦੱਸ ਰਿਹਾ ਇੰਪੋਰਟੈਂਟ ਉਹ ਜ਼ਰੂਰ ਨੋਟ ਕਰਿਓ। ਜਿਵੇਂ ਫਸਟ ਟਾਈਪ ਇੱਥੇ A:B ਰੇਸ਼ੀਓ C ਲਿਖ ਕੇ, ਜਿਵੇਂ ਇੱਥੇ A ਦੀ ਵੈਲਿਊ ਦਿੱਤੀ ਹੋਈ ਆ 2, ਇੱਥੇ ਲਿਖ ਲੈਣੀ ਹੈ ਜੀ। B ਦੀ ਵੈਲਿਊ ਦਿੱਤੀ ਹੋਈ ਆ 3,
ये उरे लिख लेनी है जी। हुण इस तरह b की वैल्यू इत्थे 4 दित्ती हुई आ, वो उरे लिख लेनी है जी। ते 5 ये c की वैल्यू हो गई, लिख के ही अगे हुण जिहड़ी जगह इन्हां दे पिछे बच रही है जी, जिहड़ी प्लेस बच रहा जी इन्हां दे पिछे, उस तो अगली संख्या नूं पिछे शिफ्ट कर देना। जिहड़ी जगह बच रही आ पिछे, उस तो अगली संख्या नूं पिछे शिफ्ट कर दो। ते इत्थे जिवें इहदे अगे जगह बच रही आ ते इह पिछली संख्या नूं अगे शिफ्ट कर दो जी। ये शिफ्ट करके हुण इस नूं इहदे नाल मल्टीप्लाई, इस नूं इस नाल ते इहनूं इहदे नाल मल्टीप्लाई कर देना। 4 दूनी 8, 4 तिया 12, 5 तिया 15, 8 12 15, ये आ गया जी अपना आंसर। ठीक है जी, फर्स्ट टाइप समझ लग गया जी। अब हम सैकेंड टाइप पे चलते हैं। सैकेंड टाइप इसी तरह a रेशियो b, b रेशियो c लिख के a की वैल्यू दी हुई है 2, b की वैल्यू दी हुई है 3, तो इत्थे b की वैल्यू दी हुई है 4, तो इत्थे c की वैल्यू दी हुई है 5। सो जिद्दां वैल्यू दी हुई है उद्दां आपां तार लैनी है। ठीक है जी। हुण एक गल समझो जी, जिवें a ते b ते c ये कोई परसन ने भी उन्होंने नाम ने भी इन्होंने नेम दिते हुए ने। ठीक है जी। ए ने बी नूं पुछया, ए ने बी नूं पुछया भी तेरी एज किन्नी आ, बी ए नूं कहंदा मेरी एज 3 साल आ, ते ए कहंदा मेरी 2 साल आ। ठीक है जी। एवें सी ने बी नूं पुछया भी तेरी एज किन्नी आ, बी सी नूं कहंदा मेरी 4 साल आ, ते सी कहंदा मेरी 5 साल आ। ठीक है जी। ये गल दोनों नूं पता लग गई ए ते सी नूं भी बी ने मैनू एज दसी आ 3 साल, ते सी कहंदा मैनू दसी आ भी 4 साल। ये तो हो नहीं सकता भी इक्को बंदे की अड अड एज होवे। चलो जी, वो बी लवे वग गई, बी नूं कहंदे भी तू सही एज दस सानू भी ये की कर रहा, किसी नूं 3 साल किसी नूं 4 साल, भी सानू नहीं पता भी तू सही एज दस सानू, सही करके दस सकदी, ਇਹਦਾ तरीका दस भी ठीक किवें होगी एज। ये बी कहंदा चलो ठीक है, जे मैं एज दोनों लवे बराबर करदा फिर तो ठीक आ। ए ते सी कहंदे भी सानू नहीं पता भी तुसीं जिवें मर्जी करके बराबर कर। बी कहंदा भी 4 नूं इत्थे मल्टीप्लाई कर दो ते 3 नूं इत्थे मल्टीप्लाई कर दो। ठीक है जी। हुण 4 नूं दोने संख्या नाल उपर मल्टीप्लाई कर देना। हुण 4 दूनी 8 ते 4 तिया 12, एवें 3 नूं दोने संख्या नाल 4 तिया 12 ते 5 तिया 15। बी कहंदा हुण ठीक आ, हुण सेम हो गया, सेम हो गई एज जिवें 8 12 15। ठीक है जी। दूजा टाइप समझ लग गया, क्योंकि एक परसन कोई भी व्यक्ति आ, तुसीं कोई भी क्वेश्चन ला लो भी एक व्यक्ति दे अड अड वैल्यू नहीं हो सकती, एको क्वेश्चन विच अड अड वैल्यू नहीं हो सकती एक चीज़ की। जिवें बी की वैल्यू इत्थे 4 दी हुई आ ते इत्थे 3, ये दोनों वैल्यू बराबर होनी चाहिए आ। रेशो करन लगे दोनों वैल्यू बराबर करने होणगे। ते इस च एक गल होर भी ध्यान रखनी आ, जिवें इत्थे ए रेशियो बी रेशियो बी ते खत्म हो रहा, तो जिहड़ा दूसरी रेशियो आ वो बी तो स्टार्टिंग होनी चाहिए है उसकी। जिवें ए रेशियो बी दिता हुआ इत्थे बी ते एंड हो रहा, भी स्टार्टिंग दूसरी वैल्यू की बी तो होनी चाहिए है। ठीक है जी। ये गल्लां ध्यान रखो इस टाइप च। ओके जी। हुण असीं थर्ड टाइप करते हैं। नोट जरूर करियो जी। थर्ड टाइप उदा ही वैल्यू तार लैनी जी, ए रेशियो बी रेशियो सी, ए रेशियो बी रेशियो सी। ए रेशियो बी कितना दिता होया 2:3 ते बी रेशियो सी 4:5। ठीक है जी। हुण ये ध्यान नाल समझो इसनूं। हुण
ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ, ਇਸ ਨੂੰ ਇਸ ਨਾਲ ਮਲਟੀਪਲਾਈ, ਇੱਕ ਮਿੰਟ, ਇਸ ਨੂੰ ਇਸ ਨਾਲ ਮਲਟੀਪਲਾਈ ਕਰਕੇ ਜਿਹੜੀ ਆ 4 ਨੂੰ ਇਸ ਨਾਲ ਮਲਟੀਪਲਾਈ, ਤੇ ਅੱਗੇ ਇਹਨੂੰ ਇਹਦੇ ਨਾਲ ਮਲਟੀਪਲਾਈ। ਦੇਖੋ 4 ਦੂਣੀ 8, ਫਿਰ ਇਸ ਨੂੰ ਇਸ ਨਾਲ ਮਲਟੀਪਲਾਈ ਕਰਕੇ 12, ਤੇ ਇਸ ਨੂੰ ਇਸ ਨਾਲ ਮਲਟੀਪਲਾਈ ਕਰਕੇ 15। ਇਹ ਵੈਲਿਊ ਆ ਗਈ ਜੀ ABC ਦੀ। ਇਹ ਕਿੰਨਾ ਹੈ, A ਆਇਆ 8, B 12, C 15। ਹੁਣ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਵੀ ਮਲਟੀਪਲਾਈ ਕਿਵੇਂ ਕਰਨਾ। ਇਸ ਨੂੰ ਉਲਟੀ n ਦੀ ਤਰ੍ਹਾਂ ਯਾਦ ਰੱਖੋ ਵੀ ਪੁੱਠਾ n, ਐਵੇਂ ਕਰਕੇ ਐਵੇਂ ਮਲਟੀਪਲਾਈ ਕਰਨੀ, ਉਲਟੀ n ਪੁੱਠੀ n ਯਾਦ ਰੱਖੋ, ਇੱਦਾਂ ਕਰਕੇ। ਠੀਕ ਹੈ ਜੀ, ਸਮਝ ਰਹੇ ਹੋ ਸਾਰੇ? ਠੀਕ ਹੈ ਜੀ, ਇੱਥੇ ਤੱਕ ਸਮਝ ਗਏ ਤੁਸੀਂ? ਚਲੋ ਅੱਗੇ ਇੱਕ ਹੋਰ ਐਗਜ਼ਾਮਪਲ। ਵੇਟ ਇੱਕ ਮਿੰਟ, ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਣਾ ਤੇ ਇੰਪੋਰਟੈਂਟ, ਉਹ ਤਰੀਕਾ ਥਰਡ ਹੈ ਜੀ। ਇਹ ਤਰੀਕਾ ਤੁਸੀਂ ਨੋਟ ਕਰ ਲਓ ਤੇ ਯਾਦ ਰੱਖਿਓ ਤਰੀਕਾ। ਇਹ ਤਰੀਕਾ ਅੱਗੇ ਬਹੁਤ ਕੰਮ ਆਉਣਾ ਜੀ। ਠੀਕ ਆ, ਅੱਗੇ ਨੈਕਸਟ ਕੁਐਸਚਨ ਤੇ ਚੱਲਦੇ ਹਾਂ, ਜੋ ਕਿ ਹੈ A/B C/B। ਦੇਖੋ ਜੀ, ਇੱਥੇ ਇੱਕ ਗੱਲ ਧਿਆਨ ਰੱਖਣੀ ਆ, ਜਿਵੇਂ ਇਹ A/B ਦਿੱਤਾ ਹੋਇਆ, ਤਾਂ ਇਹ ਸਟਾਰਟਿੰਗ ਦੂਜੇ ਦੀ B/C ਨਾਲ ਹੋਣੀ ਚਾਹੀਦੀ ਹੈ। ਜਿਵੇਂ A/B B ਤੇ ਅਨੁਪਾਤ ਖਤਮ ਹੋ ਰਿਹਾ, ਤਾਂ ਇੱਥੇ ਸਟਾਰਟਿੰਗ B ਤੋਂ ਹੋਣੀ ਚਾਹੀਦੀ ਆ। ਜਿਵੇਂ 2:3 ਦਿੱਤਾ ਹੋਇਆ ਉਰੇ, ਤੇ ਇਸ ਵੈਲਿਊ ਨੂੰ ਆਪਾਂ ਉਲਟੀ ਕਰ ਦਾਂਗੇ, ਜਿਵੇਂ B ਨੂੰ ਅੱਗੇ ਕਰ ਦਾਂਗੇ ਤੇ C ਨੂੰ ਪਿੱਛੇ। B ਦੀ ਵੈਲਿਊ ਕਿੰਨੀ ਦਿੱਤੀ ਹੋਈ ਆ? B ਦੀ ਵੈਲਿਊ ਦਿੱਤੀ ਹੋਈ ਆ 6, 6 ਨੂੰ ਪਹਿਲਾਂ ਲਿਖਾਂਗੇ, ਤੇ C ਦੀ ਵੈਲਿਊ 5, 5 ਨੂੰ ਬਾਅਦ 'ਚ ਲਿਖਾਂਗੇ। ਠੀਕ ਹੈ ਜੀ। ਉਸੇ ਤਰ੍ਹਾਂ ਹੁਣ ਮਲਟੀਪਲਾਈ ਕਰ ਦਿਓ, ਇਸ ਨੂੰ ਇਸ ਨਾਲ ਮਲਟੀਪਲਾਈ, ਇਸ ਨੂੰ ਇਸ ਨਾਲ, ਇਸ ਨੂੰ ਇਸ ਨਾਲ। 6 ਦੂਣੀ 12, 18, 15। ਹੁਣ ਤੁਸੀਂ ਦੇਖੋਗੇ ਵੀ ਆਪਸ਼ਨ ਮੈਚ ਤਾਂ ਕਰ ਨਹੀਂ ਰਹੇ। ਠੀਕ ਹੈ ਜੀ, ਹੁਣ ਇਹਨਾਂ 'ਚ ਹਜੇ ਵੀ ਕੁਛ ਕਾਮਨ ਹੈ, ਜੋ ਕਿ 3 ਹੈ। 4 ਤੀਆ 12, 6 ਤੀਆ 18, ਤੇ 5 ਤੀਆ 15। ਹੁਣ ਤੁਹਾਡੇ 'ਚ ਕੋਈ ਇਹਨੂੰ ਨਾ ਰਾਈਟ ਕਰ ਦਿਓ, ਇਹ ਆਪਸ਼ਨ ਕਲਿੱਕ ਨਾ ਕਰ ਦਿਓ, ਜੋ ਕਿ ਗਲਤ ਹੋਣਾ, ਕਿਉਂਕਿ ਤੁਹਾਡੇ 'ਚ ਹੋ ਸਕਦਾ ਕਈ ਸੋਚਣ ਵੀ ਸਰ ਠੀਕ ਤਾਂ ਹੈ ਵੀ 5 ਨੂੰ ਇੱਧਰ ਨੂੰ ਚੱਕ ਕੇ ਬਸ ਇੱਧਰ ਹੀ ਕਰਨਾ। ਨਹੀਂ, ਇਹ ਬਿਲਕੁਲ ਰੋਂਗ ਹੋਣਾ, ਕਿਉਂਕਿ ਆਪਾਂ ਕੁਐਸਚਨ ਨਾਲ ਧੱਕਾ ਨਹੀਂ ਕਰ ਸਕਦੇ। ਜੇ ਆਪਾਂ ਕੁਐਸਚਨ ਨਾਲ ਧੱਕਾ ਕਰਾਂਗੇ ਤਾਂ ਸਾਡੇ ਨਾਲ ਧੱਕਾ ਹੋ ਜਾਣਾ। ਜੇ ਮਾੜਾ ਜਿਹਾ ਵੀ ਧੱਕਾ ਕਰਾਂਗੇ ਕੁਐਸਚਨ ਨਾਲ ਤਾਂ ਆਨਸਰ ਰੋਂਗ ਹੋ ਜਾਣਾ। ਠੀਕ ਹੈ ਜੀ, ਇਸ ਲਈ ਧੱਕਾ ਨਾ ਕਰਿਓ ਕੁਐਸਚਨ ਨਾਲ। ਮੈਂ ਦੱਸਦਾ ਆਨਸਰ ਕਿਹੜਾ। ਤੁਸੀਂ ਦੇਖੋਗੇ ਵੀ ਜੇ ਆਪਾਂ ਇਸ 'ਚ 2 ਮਲਟੀਪਲਾਈ ਕਰਤੀਏ ਤਾਂ 8, 4 ਦੂਣੀ 8, 6 ਦੂਣੀ 12, 5 ਦੂਣੀ 10। ਹੁਣ ਆਪਸ਼ਨ ਲੱਭਿਆ ਤੁਹਾਨੂੰ? ਇਸਦਾ ਆਪਸ਼ਨ D ਆਨਸਰ। ਠੀਕ ਹੈ ਜੀ, ਸਮਝ ਰਹੇ ਹੋ ਕਿਵੇਂ ਹੋਇਆ? ਵੀ ਇਸ 'ਚ ਆਨਸਰ ਕੱਢਣ ਲਈ ਆਪਾਂ ਨੂੰ ਬਾਅਦ 'ਚ 2 ਮਲਟੀਪਲਾਈ ਕਰਨਾ ਪਿਆ। ਇਹ ਟੈਨਸ਼ਨ ਨਾ ਕਰੋ, ਇਹ ਕੋਈ ਨਾ, ਪ੍ਰੈਕਟਿਸ ਨਾਲ ਸਭ ਹੋ ਜਾਂਦਾ। ਹੌਲੀ ਹੌਲੀ ਪ੍ਰੈਕਟਿਸ ਨਾਲ ਤੁਹਾਨੂੰ ਸਭ ਪਤਾ ਲੱਗ ਜਾ ਕਰੂ ਵੀ ਕਿਸ 'ਚ ਕੀ ਮਲਟੀਪਲਾਈ ਹੋਇਆ, ਕਿਸ 'ਚ ਕੀ। ਠੀਕ ਹੈ ਜੀ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਨੈਕਸਟ, ਇਹ ਬਿਲਕੁਲ ਸੇਮ ਉਸੇ ਤਰ੍ਹਾਂ ਇਸ ਨੂੰ ਤੁਸੀਂ ਆਪ ਕਰੋਗੇ। ਠੀਕ ਹੈ ਜੀ, ਹੁਣ ਇਸ ਤੋਂ ਅੱਗੇ ਨੈਕਸਟ ਕੁਐਸਚਨ। ਇਹ ਵੇਖੋ, ਮੈਂ ਦੱਸਦਾ ਤਰੀਕੇ, ਇਸ ਨੂੰ ਵੀ ਕਰਨ ਦੇ 3 ਦੱਸਾਂਗਾ ਮੈਂ, ਤੇ ਇਹ ਵੀ ਦੱਸਾਂਗਾ ਤਰੀਕਾ ਕਿਹੜਾ ਯਾਦ ਰੱਖਣਾ ਤੁਸੀਂ, ਵੀ ਤਰੀਕਾ ਕਿਹੜਾ ਸਭ ਤੋਂ ਵੱਧ ਵਰਤਣਾ ਤੁਸੀਂ। ਇਸ ਨੂੰ ਵੀ ਕਰਨ ਦੇ 3 ਤਰੀਕੇ ਨੇ।
फस्ट टाइप सेम जिवें पहला मैं दस्सिया भी A/B/C ते D उस तरह लिख के इन्हां दी वैल्यू जो भी दित्ती हुई आ, जो भी वैल्यू इन्हां दी दित्ती हुई आ सेम उस तरह लिख लेनी। जिवें A दी वैल्यू 2, B दी 5, इत्थे B दी वैल्यू 4 उरे लिख लेनी आ, C दी वैल्यू 3 ये इत्थे लिख लेनी आ, इत्थे फिर C दी वैल्यू 2, इत्थे C दी वैल्यू सॉरी इत्थे D दी वैल्यू 1। फिर अगे उसी की तरह जिवें पहलां कीता सी आपां भी जिस दे पिछे जिहड़ा प्लेस बच रहा उस तो अगली संख्या नूं पिछे शिफ्ट कर दो। जिवें इस 5 दे पिछे ये जगह बच रही आ तां इसनूं इत्थे शिफ्ट कर दो ते इत्थे 4 तो पहलां जगह बच रही है 4 नूं अगे शिफ्ट कर दो। इत्थे 3 तो पहलां 3 तो बाद जगह बच रही है 3 नूं इत्थे शिफ्ट कर दो। इसे तरह 2 नूं कर दो। हुण देखो हुण इन्हां नूं आपस में मल्टीप्लाई करो, इन्हां नूं इस नूं इन्हां नाल ते इन्हां नूं आपस च इत्थे आ गया जी 16 14 16 इत्थे 10 40 इत्थे 30 इत्थे जी 15। हुण आपां तो पुछया की आ ACD ये अपना आया जी ABCD अपने तो पूछया ACD ये हो गया जी ACD। ऑप्शन देखो 16 30 15 अपना ये ऑप्शन डी आंसर आई। समझ रहे हो? ठीक है जी अगे अगे चलते हैं सैकेंड टाइप दे। टाइप सैकेंड उदा ही वैल्यू तार लेनी है A/B B/C C/D A/B दिता है जी 2:5 B/C 4:3 C/D 2:1। ਹੁਣ ਤੁਸੀਂ ਇੱਥੇ ਦੇਖੋ ਇੱਥੇ देखो B की वैल्यू इत्थे 5 दी हुई है इत्थे 4 दी हुई है तो C की वैल्यू इत्थे 3 दी हुई है इत्थे 2 दी हुई है। मैं वैल्यू सेम करने लई तुसीं इत्थे हेठां तो स्टार्ट नहीं करनी वैल्यू सेम करनी जिवें इत्थे 3 नूं इत्थे मल्टीप्लाई कर दो तो 2 नूं इत्थे मल्टीप्लाई कर दो हो गई वैल्यू सेम होगी। इत्थे कितनी होगी 2:5 8:6 6:3। ਹੁਣ ਆਪਾਂ ਜੀ C ਦੀ वैल्यू सेम करती ਹੁਣ ਆਪਾਂ करनी है V की वैल्यू सेम V की वैल्यू सेम करने V की वैल्यू सेम करने लई इत्थे 8 नाल मल्टीप्लाई करो इत्थे 5 नाल ते हेठां भी 5 नाल मल्टीप्लाई कर दो। ये आ गई 8 दूनी 16 8 5 40 इत्थे 8 5 40 ते 6 5 30 6 5 30 ते 15 अपने तो पूछा गया ACD A/B B/C C/D। ठीक है जी अपने आंसर आ गया 16 ते इत्थे जिहड़ा 40 आया ये जी बी का आंसर आया कि 40 है तो आप लेना नहीं जो आपको पूछा गया आप वो लिखांगे 16 30 ते 15 ए कितना आ गया 16 C 30 ते 15। ठीक है जी समझ गए इत्थे तक। ये टाइप लॉन्ग तो है बट मैं मेरा दसना जरूरी आ क्योंकि कई स्टूडेंट
ਟੀਚਰ ਨੂੰ ਜੱਜ ਕਰਨ ਲੱਗ ਜਾਂਦੇ ਨੇ। ਦੂਸਰੇ ਟੀਚਰ ਦਾ ਦੇਖ ਕੇ ਉਹ ਕਹਿੰਦੇ ਨੇ ਵੀ ਇਹ ਟੀਚਰ ਨੇ ਤਾਂ ਵੱਧ ਟਾਈਪ ਦੱਸੇ ਨੇ ਤੇ ਇਹਨੂੰ ਆਉਂਦਾ ਨਹੀਂ ਹੋਣਾ ਤਾਂ ਨਹੀਂ ਦੱਸ ਰਿਹਾ, ਇਸ ਲਈ ਸਾਨੂੰ ਦੱਸਣਾ ਪੈਂਦਾ। ਨਹੀਂ, ਤੁਹਾਡੇ ਐਗਜ਼ਾਮ ਵਿੱਚ ਤੁਹਾਨੂੰ ਇੰਨੇ ਟਾਈਪ ਦੀ ਲੋੜ ਨਹੀਂ ਪੈਣੀ, ਤੁਹਾਡੇ ਤਾਂ ਇੱਕ ਅੱਧਾ ਹੀ ਟਾਈਪ ਕੰਮ ਆਉਣਾ ਜੋ ਮੈਂ ਦੱਸਤਾ। ਠੀਕ ਹੈ ਜੀ, ਸੈਕਿੰਡ ਟਾਈਪ ਸਮਝ ਲੱਗਿਆ। ਹੁਣ ਇਸ ਤੋਂ ਅੱਗੇ ਚੱਲਦੇ ਹਾਂ, ਆਪਾਂ ਅਗਲੀ ਟਾਈਪ ਵੱਲ ਚੱਲਦੇ ਹਾਂ, ਥਰਡ ਟਾਈਪ। ਥਰਡ ਟਾਈਪ ਆਪਾਂ ਵੈਲਿਊ ਦੇਖ ਲਈਏ, ਇਹ ਵੀ ਬਿਲਕੁਲ ਸੇਮ ਹੀ ਹੋਣਾ ਜਿਵੇਂ ਪਹਿਲਾਂ ਦੱਸਿਆ ਮੈਂ। ਦੇਖੋ ਕਿਵੇਂ, A ਰੇਸ਼ੀਓ B 2:5, A ਰੇਸ਼ੀਓ B 2:5, B ਰੇਸ਼ੀਓ C ਐਂਡ C ਰੇਸ਼ੀਓ D। B ਰੇਸ਼ੀਓ C ਦਿੱਤਾ ਹੋਇਆ ਜੀ 4:3 ਤੇ C ਰੇਸ਼ੀਓ D 2:1, 4:3, 2:1। 1 ਮਿੰਟ ਜੀ, ਆਪਾਂ ਇਸ ਨੂੰ ਥੋੜਾ ਦੂਰ ਦੂਰ ਲਿਖ ਲਈਏ ਜੀ, ਆਪਾਂ ਮਲਟੀਪਲਾਈ ਕਰਨਾ ਨਾ। 2:5, 4:3, B ਰੇਸ਼ੀਓ C, C ਰੇਸ਼ੀਓ D 2:1। ਹੁਣ ਇੱਥੇ ਸਮਝੋ ਧਿਆਨ ਨਾਲ, ਵੇਖੋ ਮਲਟੀਪਲਾਈ ਕਿਵੇਂ ਕਰਨਾ ਆਪਾਂ, ਕਿਹਨੂੰ ਨਾਲ ਮਲਟੀਪਲਾਈ ਕਰਨਾ। ਦੇਖੋ ਜੀ, ਪਹਿਲਾਂ ਆਹ ਤਿੰਨੇ ਸੰਖਿਆ ਨੂੰ ਮਲਟੀਪਲਾਈ ਕਰਨਾ ਜੀ, ਇਹਨਾਂ ਨੂੰ, ਫਿਰ ਉਸ ਤੋਂ ਬਾਅਦ ਇਹ ਦੋਨਾਂ ਨੂੰ ਇਹਦੇ ਨਾਲ, ਇਹ ਦੋਨਾਂ ਨੂੰ ਇਹਦੇ ਨਾਲ, ਫਿਰ ਅੱਗੇ ਇਹਨਾਂ ਦੋਨਾਂ ਨੂੰ ਇਹਦੇ ਨਾਲ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮਲਟੀਪਲਾਈ ਕਰਨਾ ਆਪਸ 'ਚ। ਵੇਖੋ ਇਹਨਾਂ ਨੂੰ ਮਲਟੀਪਲਾਈ ਕਰਕੇ ਆ ਗਿਆ ਜੀ 16, ਫਿਰ ਇਹਨਾਂ ਨੂੰ ਮਲਟੀਪਲਾਈ ਕਰਕੇ 4 ਦੂਣੀ 8, 8 5 40, ਉਸ ਤੋਂ ਅੱਗੇ ਇਹਨਾਂ ਦੋਨਾਂ ਨੂੰ 15 ਤੇ 30, 15 ਦੂਣਾ 30, ਉਸ ਤੋਂ ਬਾਅਦ ਇਹਨਾਂ ਨੂੰ ਮਲਟੀਪਲਾਈ 5 3 15। ਠੀਕ ਹੈ ਜੀ, ਸਮਝ ਲੱਗਿਆ ਜੀ ਇੱਥੇ। ਦੇਖੋ ਪਹਿਲਾਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਤਾ ਜੀ, ਇਹਨਾਂ ਨੂੰ ਆਪਸ 'ਚ ਮਲਟੀਪਲਾਈ ਕਰਤਾ, ਫਿਰ ਉਸ ਤੋਂ ਬਾਅਦ ਆਹ ਦੋਨੇ ਸੰਖਿਆਵਾਂ ਨੂੰ ਇਹਦੇ ਨਾਲ, ਉਸ ਤੋਂ ਅੱਗੇ ਇਹਨਾਂ ਦੋਨਾਂ ਨੂੰ ਇਹਦੇ ਨਾਲ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਸ 'ਚ। ਐਵੇਂ ਯਾਦ ਰੱਖਿਓ ਤੁਸੀਂ, ਪਹਿਲਾਂ ਐਵੇਂ, ਫਿਰ ਐਵੇਂ, ਉਸ ਤੋਂ ਬਾਅਦ ਏਦਾਂ, ਫਿਰ ਲਾਸਟ 'ਚ ਐਵੇਂ। ਇਹ ਯਾਦ ਰੱਖਿਓ ਤੁਸੀਂ, ਇਹ ਚੀਜ਼ ਯਾਦ ਰੱਖਿਓ ਤੁਸੀਂ। ਜ਼ਿਆਦਾ ਤੁਹਾਡੇ ਐਗਜ਼ਾਮ ਵਿੱਚ ਇਹ ਟਾਈਪ ਕੰਮ ਆਉਣਾ ਤੁਹਾਨੂੰ, ਤੁਸੀਂ ਇਸ ਟਾਈਪ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ ਤੇ ਯਾਦ ਰੱਖਿਓ। ਠੀਕ ਹੈ ਜੀ, ਸਮਝ ਗਏ। ਚਲੋ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਇਹ ਦੇਖੋ, ਇੱਕ ਕਲਾਸ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ 65 ਹੈ। ਜੇ ਲੜਕਿਆਂ ਦੀ ਗਿਣਤੀ 35 ਹੈ ਤਾਂ ਲੜਕਿਆਂ ਦੀ ਗਰਲ ਦੀ ਗਿਣਤੀ ਦਾ ਅਨੁਪਾਤ। ਲੜਕੀਆਂ ਦੀ ਗਰਲ ਦੀ ਗਿਣਤੀ ਦਾ ਅਨੁਪਾਤ। ਦੇਖੋ ਦੁਬਾਰਾ ਪੜ੍ਹਦੇ ਹਾਂ ਕੁਐਸਚਨ। ਇੱਕ ਕਲਾਸ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ 65 ਹੈ। ਜੇ ਲੜਕੀਆਂ ਦੀ ਗਿਣਤੀ 35 ਹੈ ਤਾਂ ਲੜਕਿਆਂ ਦੀ ਗਰਲ ਦੀ ਗਿਣਤੀ ਦਾ ਅਨੁਪਾਤ। ਲੜਕੇ ਤੇ ਲੜਕੀਆਂ ਦੀ ਗਿਣਤੀ ਦਾ ਅਨੁਪਾਤ ਪੁੱਛਿਆ। ਠੀਕ ਹੈ ਜੀ, ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ। ਦੇਖੋ ਟੋਟਲ ਆਪਾਂ ਨੂੰ ਕਿੰਨਾ ਦਿੱਤਾ, ਟੋਟਲ ਸਟੂਡੈਂਟ ਕਿੰਨੇ ਨੇ
65, ठीक है जी। उस दे विचों गर्ल्स कितनियां ने 35। जे आप टोटल विचों गर्ल नूं माइनस कर देंगे, बाकी कितना आ गया 30, ये बॉय ने। ਆਪਾਂ ਨੂੰ ਕਿਹਦਾ ਪੁੱਛਿਆ, ਬॉय ਤੇ ਗਰਲ ਦਾ ਰੇਸ਼ੀਓ ਪੁੱਛਿਆ 30 ਤੇ 35। ਫਿਰ ਇਹਨਾਂ ਚੋਂ ਜੋ ਵੀ ਕਾਮਨ ਆ ਉਸ ਨੂੰ ਕੱਟ ਕੇ 5 ਆ ਕਾਮਨ, 6 5 30, 7 5 35, ਕਿੰਨਾ ਰੇਸ਼ੀਓ ਆ ਗਿਆ 6:7। ਇੱਥੇ ਇੱਕ ਗੱਲ ਹੋਰ ਧਿਆਨ ਦਿਓ, ਆਪਾਂ ਨੂੰ ਜੋ ਵੀ ਪਹਿਲਾਂ ਪੁੱਛਿਆ ਹੁੰਦਾ, ਜਿਵੇਂ ਆਪਾਂ ਨੂੰ ਲੜਕਿਆਂ ਦੀ ਗਿਣਤੀ ਪੁੱਛਿਆ, ਪਹਿਲਾਂ ਲੜਕਿਆਂ ਦੀ ਗਿਣਤੀ ਬਾਰੇ ਪਹਿਲਾਂ ਪੁੱਛਿਆ, ਲੜਕੇ ਪਹਿਲਾਂ ਰੱਖਣੇ ਤੇ ਗਰਲ ਬਾਅਦ 'ਚ, ਲੜਕੀਆਂ ਬਾਅਦ 'ਚ, ਠੀਕ ਆ। ਇਹਨੂੰ ਇੱਕ ਤਰੀਕਾ ਹੋਰ ਵੀ ਆ ਕਰਨ ਦਾ, ਜਿਵੇਂ ਟੋਟਲ 65 ਦਿੱਤੇ ਹੋਏ ਨੇ ਤੇ ਗਰਲ 35, ਆਪਾਂ ਸਿੱਧਾ ਵੀ ਰੇਸ਼ੀਓ ਕੱਢ ਸਕਦੇ ਹਾਂ ਇਹਨਾਂ ਦਾ। ਇਹਨਾਂ ਵਿੱਚ ਕਾਮਨ 5 13 5 65, 7 5 35, ਠੀਕ ਹੈ ਜੀ। ਹੁਣ ਇਹਨਾਂ ਦੋਨਾਂ ਨੂੰ ਮਾਈਨਸ ਕਰੋ, 13 ਚੋਂ 7 ਮਾਈਨਸ ਕਰਕੇ ਕਿੰਨਾ ਆ ਗਿਆ 6। 6 ਕੀ ਨੇ ਇਹ ਬॉय ਨੇ, ਇਹ 6, ਬਾਕੀ ਗਰਲ 7 ਨੇ। ਠੀਕ ਹੈ ਜੀ, ਅੱਜ ਦੀ ਕਲਾਸ ਇੱਥੇ ਤੱਕ ਰੱਖਦੇ ਹਾਂ। ਜੇ ਤੁਹਾਨੂੰ ਕੋਈ ਵੀ ਡਾਊਟ ਹੋਵੇ ਕਲਾਸ ਰਿਲੇਟਡ ਜਾਂ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਤੇ ਜਿਹੜਾ ਮੈਂ ਤੁਹਾਨੂੰ ਹੋਮਵਰਕ ਦਿੱਤਾ ਇਹ ਤੁਸੀਂ ਕਰਕੇ ਆਉਣਾ, ਜੇ ਨਹੀਂ ਸੋਲਵ ਹੋਇਆ ਤਾਂ ਕਮੈਂਟ ਵਿੱਚ ਦੱਸਿਓ। ਅੱਜ ਦੀ ਕਲਾਸ ਇੱਥੇ ਤੱਕ ਰੱਖਦੇ ਹਾਂ। ਜੇ ਤੁਹਾਨੂੰ ਕਲਾਸ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।